दीन दर्द दुख भंजना, घट घट नाथ अनाथ। शरण तुम्हारी आयो, नानक के प्रभ साथ। बलिहारी गुरु आपने, द्योहाड़ी सदवार। जिन मानस ते देवते किए, करत न लागी वार। श्री चंद्रदेवं शिवमाद्वितीयं, भस्मावलिप्तं शशिशुभ्रवर्णं, पद्मासनस्थं सुखदं यतेन्द्रं, वाकाय चित्तै सततं भजेऽहम्। बालयति और परम सिद्ध भूमन शाह देव महान। मोह माया तम दुख हरता को, मेरा बारंबार प्रणाम। बोलो श्री गुरु नानक देव महाराज की जय। बाबा श्री चंद्र महाराज की जय। बाबा भूमन शाह महाराज की जय। पूज्य सतगुरुदेव महाराज की जय। धन धन बाबा भूमन शाह जी महाराज, बाबा जी दे इस पावन दरबार दे विच चवर छत्र तखत दे मालक साहिब श्री गुरु ग्रंथ साहिब महाराज जी, तिन्हां दी पावन हजूरी दे विच बाबा जी दे सालाना पावन मांगी मेले दे अवसर ते सारियां ही समूह संगतां, श्रद्धालु सेवादार, आप सारे बड़े श्रद्धा भाव नाल बाबा भूमन शाह जी का यह पावन मांगी मेला मना रहे हो। बड़ी खुशी हुंदी है जदों गुरु महाराज जी दे जस कीर्तन दे विच, सेवा दे विच कई दिनां तो बड़े ही एकाग्रता दे नाल, लगन दे नाल, तन मन धन दे नाल, दिन रात भुख प्यास सर्दी सब नूं सहंदे होए निशाना इक्को ही साडे गुरु दरबार विच बाबा जी दा दिन मनाया जा रहा है। इस भाव नूं लैके आप कई दिनां तो सेवा कर रहे हो। मन गदगद हो जाता है आप सब दे भाव नूं देख के। गुरु चरना चों यही सब तो वड्डी दात है जो गुरु महाराज जी दे प्रति साडी लगन, साडी शरधा, साडा प्यार, साडा समर्पण, ये जदों किसी दे अंदर पैदा हुंदा है, साधक दा, सेवक दा, गुरु प्यारे दा सब तो वड्डा धन ही ये है कि उन्होंने गुरु दर्शन की प्यास लगती है, उन्होंने गुरु सेवा की प्यास लगती है, उन्होंने महापुरुषों के दर्शन की, कीर्तन की, सत्संग की प्यास रहिंदी है। संगतां नूं यही वड्डा धन है कि साडे गुरु दरबार विच इतनियां संगतां ने आना है और असी सारी व्यवस्था गुरु महाराज जी की कृपा नाल करनी है। बड़े ही लगन नाल आप सब सेवा कर रहे हो, सत्संग सुन रहे हो। गुरु बाबा भूमन शाह जी की एक कृपा इस तरह बनी रहे। हर साल की तरह अज भी गुरु महाराज जी का पावन
ਮਾਘ ਦੀ 15 ਦਾ ਪਵਿੱਤਰ ਦਿਨ ਸੁਬਾਹ ਪਾਵਨ ਪਵਿੱਤਰ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਇਲਾਹੀ ਬਾਣੀ ਦੇ ਪਾਵਨ ਪਾਠ ਭੋਗ ਪਾਏ ਗਏ। ਇਸ ਵਕਤ ਵੀ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਪ੍ਰਵਾਹ ਚੱਲ ਰਹੇ ਹਨ। ਉਸ ਤੋਂ ਬਾਅਦ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਰਾਤ ਤੋਂ ਹੀ, ਰਾਤ 8 ਵਜੇ ਤੋਂ ਹੀ ਲਗਾਤਾਰ ਕੱਲ ਤੱਕ ਇਹ ਕੀਰਤਨ ਵੀ ਚੱਲਦਾ ਰਹਿਣਾ ਹੈ। ਲੰਗਰ ਭੰਡਾਰਾ ਵੀ ਕਈ ਦਿਨਾਂ ਤੋਂ, ਵੈਸੇ ਤਾਂ ਗੁਰੂ ਦਰਬਾਰ ਵਿੱਚ ਹਮੇਸ਼ਾ ਹੀ ਚੱਲਦਾ ਰਹਿੰਦਾ ਹੈ, ਪਰ ਸਮੂਹਿਕ ਸੰਗਤ ਨੂੰ ਵੀ ਕਈ ਦਿਨਾਂ ਤੋਂ ਪਾਵਨ ਜੋ ਲੰਗਰ ਦੀ ਵਿਸ਼ਾਲ ਸੇਵਾ ਚੱਲ ਰਹੀ ਹੈ। ਜਿੱਥੇ ਵੀ ਗੁਰੂ ਦਰਬਾਰ ਵਿੱਚ ਜਾ ਕੇ ਦਰਸ਼ਨ ਕਰੀਦੇ ਨੇ ਤਾਂ ਇਹੀ ਇੱਕ ਸੰਦੇਸ਼ ਗੁਰੂ ਦਰਬਾਰ ਦਾ ਹੁੰਦਾ ਹੈ ਕਿ ਜੋ ਆਪਾਂ ਬਾਬਾ ਜੀ ਦਾ ਇਹ ਦਿਨ ਮਨਾਉਂਦੇ ਹਾਂ, ਇਸ ਦਾ ਪ੍ਰਯੋਜਨ ਕੀ ਹੁੰਦਾ ਹੈ, ਇਹ ਅਸੀਂ ਕਿਉਂ ਮਨਾਉਂਦੇ ਹਾਂ। ਤਾਂ ਪਾਵਨ ਗ੍ਰੰਥਾਂ ਵਿੱਚ ਦੱਸਿਆ ਗਿਆ ਹੈ ਕਿ ਇੱਕ ਕਾਰਨ ਅਸੀਂ ਉਹਨਾਂ ਗੁਰੂ ਸਾਹਿਬਾਂ ਦਾ ਧੰਨਵਾਦ ਕਰਦੇ ਹਾਂ, ਸ਼ੁਕਰੀਆ ਕਰਦੇ ਹਾਂ ਵੀ ਆਪ ਨੇ ਆਪਣਾ ਪੂਰਾ ਜੀਵਨ ਸਮਾਜ ਦੇ ਲਈ, ਸੰਗਤ ਦੇ ਲਈ, ਜਨ ਮਾਨਸ ਦੇ ਲਈ, ਧਰਮ ਹਿੱਤ ਲਈ, ਸਮਾਜ ਨੂੰ ਸਹੀ ਦਿਸ਼ਾ ਦੇਣ ਦੇ ਲਈ ਲਗਾਇਆ ਹੈ, ਖਪਾਇਆ ਹੈ, ਆਹੂਤ ਕੀਤਾ ਹੈ। ਇਸ ਲਈ ਅਸੀਂ ਆਪ ਨੂੰ ਬਾਰ-ਬਾਰ ਨਮਸਕਾਰਾਂ ਕਰਦੇ ਹਾਂ। ਅੱਜ ਦੇ ਦਿਨ ਤੇ ਆਪਣੇ ਭਾਵ ਆਪ ਨੂੰ ਅਰਪਣ ਕਰਦੇ ਹਾਂ, ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਦੂਸਰਾ, ਪਾਵਨ ਗ੍ਰੰਥਾਂ ਵਿੱਚ ਕਾਰਨ ਦੱਸਿਆ ਗਿਆ ਹੈ ਕਿਸੇ ਵੀ ਮਹਾਂਪੁਰਸ਼ਾਂ ਦਾ ਦਿਨ ਮਨਾਉਣ ਦਾ, ਜੋ ਉਹ ਮਹਾਂਪੁਰਸ਼ ਚਾਹੇ ਸਾਡੇ ਰਿਸ਼ੀ ਮੁਨੀ, ਅਵਤਾਰ, ਦੇਵੀ ਦੇਵ, ਸਾਡੇ ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ, ਬਾਬਾ ਸ਼੍ਰੀ ਚੰਦਰ, ਬਾਬਾ ਭੂਮਨ ਸ਼ਾਹ, ਜੋ ਵੀ ਪਾਵਨ ਉਪਦੇਸ਼ ਪੂਰਨੇ ਪਾ ਕੇ ਗਏ ਨੇ, ਉਪਦੇਸ਼ ਕਰਕੇ ਗਏ ਨੇ, ਦਿਸ਼ਾ ਨਿਰਦੇਸ਼ ਦੇ ਕੇ ਗਏ ਨੇ, ਅੱਜ ਦੇ ਦਿਨ ਸੰਗਤ ਨੇ ਇਹ ਸੰਕਲਪ ਕਰਨਾ ਹੁੰਦਾ ਹੈ ਕਿ ਜੋ ਵੀ ਸਾਡੇ ਗੁਰੂ ਸਾਹਿਬਾਂ ਨੇ ਉਪਦੇਸ਼ ਕੀਤੇ ਨੇ, ਅਸੀਂ ਉਹਨਾਂ ਤੇ ਚੱਲਾਂਗੇ। ਜਿਨ੍ਹਾਂ ਵਿਚਾਰਾਂ ਤੋਂ, ਗੱਲਾਂ ਤੋਂ ਗੁਰੂ ਸਾਹਿਬਾਂ ਨੇ ਸਾਨੂੰ ਵਰਜਿਆ ਹੈ, ਅਸੀਂ ਉਹਨਾਂ ਤੋਂ ਦੂਰ ਹੋਵਾਂਗੇ। ਜਿਨ੍ਹਾਂ ਵਿਚਾਰਾਂ, ਉਪਦੇਸ਼ਾਂ, ਵਿਵਹਾਰਾਂ ਨੂੰ ਗੁਰੂ ਸਾਹਿਬਾਂ ਨੇ ਨਿਯਮਾਂ ਨੂੰ ਦੱਸਿਆ ਹੈ, ਅਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾਵਾਂਗੇ। ਅੱਜ ਦੇ ਦਿਨ ਇਹ ਸੰਕਲਪ ਕਰਨਾ ਹੁੰਦਾ ਹੈ ਔਰ ਗੁਰੂ ਘਰ ਨੂੰ ਸਮਰਪਿਤ ਹੋ ਕੇ ਅਸੀਂ ਸੇਵਾ ਕਰਦੇ ਰਵਾਂਗੇ। ਇਸ ਦੇ ਨਾਲ ਹੀ ਜੋ ਆਪ ਦੇਖ ਰਹੇ ਹੋ, ਇਸ ਵਕਤ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ। ਆਪ ਇਤਨੇ ਵਿਸ਼ਾਲ ਜਨ ਸਮੂਹ ਦੇ ਵਿੱਚ ਗੁਰੂ ਦਰਬਾਰ ਵਿੱਚ ਬੈਠ ਕੇ ਸਤਸੰਗ ਸੁਣ ਰਹੇ ਹੋ, ਸੇਵਾਦਾਰ ਸੇਵਾ ਕਰ ਰਹੇ ਨੇ, ਦਰਸ਼ਨ ਮੇਲਾ ਸੰਗਤ ਕਰ ਰਹੀ ਹੈ। ਛੋਟੇ ਬੱਚੇ, ਬਜ਼ੁਰਗ, ਨੌਜਵਾਨ, ਮਾਤਾਵਾਂ, ਭੈਣਾਂ, ਇਹ ਸਭ ਬੜੇ ਭਾਵ ਨਾਲ ਆਪ ਕਦਮ ਕਦਮ ਚੱਲ ਕੇ ਆਏ ਹੋ। ਘਰ ਤੋਂ ਜਦੋਂ ਵੀ ਕੋਈ ਸੇਵਕ ਚੱਲਦਾ ਹੈ, ਅਸੀਂ ਗੁਰੂ ਦਰਬਾਰ ਦਰਸ਼ਨ ਕਰਨੇ ਨੇ, ਬਾਬਾ ਭੂਮਨ ਸ਼ਾਹ ਗੁਰੂ ਸਾਹਿਬਾਂ ਦਾ ਆਸ਼ੀਰਵਾਦ ਲੈ ਕੇ ਖੁਸ਼ੀਆਂ ਲੈਣੀਆਂ ਨੇ। ਤਾਂ ਇਹ ਪ੍ਰਮਾਣ ਹੈ ਆਪ ਦੇ ਅੰਦਰ ਸ਼ਰਧਾ ਬਣੀ ਹੋਈ ਦਾ। ਔਰ ਜੋ ਛੋਟੇ ਬੱਚੇ ਨੇ, ਜੋ ਯੁਵਾ ਬੱਚੇ ਨੇ, ਉਹਨਾਂ ਨੂੰ ਵੀ ਸੇਧ ਮਿਲਦੀ ਹੈ ਕਿ ਇਹ ਸਾਡੀ ਪਰੰਪਰਾ ਹੈ, ਇਹ ਸਾਡੀ ਰਿਸ਼ੀ ਪਰੰਪਰਾ ਹੈ, ਇਹ ਸਾਡੇ ਗੁਰੂਆਂ ਦੀ ਪਰੰਪਰਾ ਹੈ। ਜੋ ਗੁਰੂ ਘਰ ਆ ਕੇ ਦਰਸ਼ਨ ਕਰਨਾ, ਮਸਤਕ ਨਮਾਣਾ, ਸੇਵਾ ਕਰਨੀ, ਸਤਸੰਗ ਸੁਣਨਾ ਔਰ ਆਪਣੇ ਜੀਵਨ ਵਿੱਚ ਹੋਰ ਅੱਗੇ ਵਧਣਾ। ਕਿਉਂਕਿ ਜਦੋਂ ਗੁਰਬਾਣੀ ਦੇ ਬਚਨ ਸੁਣਦੇ ਹਾਂ, ਮਹਾਰਾਜ ਜੀ ਪੈਰ ਪੈਰ ਤੇ ਸਾਡਾ ਮਾਰਗ ਦਰਸ਼ਨ ਕਰਦੇ ਨੇ, ਸਾਨੂੰ ਸਮਝਾਣਾ ਕਰਦੇ ਨੇ। ਜੇ ਪ੍ਰਸਾਦ ਅਰੋਗ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸਨੇਹੀ।
जिंदी किरपा दे नाल तैनू ये पंज भौतिक सुंदर शरीर मिलिया है, कंचन सोने वर्गी देही। आदतां नियमां दे करके असी रोगी इनू बना लिया, पर गुरु साहिबां ने तां कंचन दी दित्ती सी। लिव लावो तिस राम स्नेही, ऐसे राम प्रभु दे नाल लिव लानी चाहिदी है। जे प्रसाद बसै सुख मंदिर, जिंदी किरपा दे नाल असी सोहणे घरां विच रहिंदे हां। गुरु साहब समझाउणा करदे ने, जे प्रसाद बसे सुख मंदिर, तिसे ध्याए सदा मन अंदर। ऐसे प्रभु परमात्मा नू सदा अंदर वसाना चाहिदा है। जे प्रसाद छत्ती अमृत खाए, जिस प्रभु परमात्मा की किरपा दे नाल तू 36 प्रकार के पदार्थ खाना है, तिस ठाकुर को रख मन माए। ऐसे सतगुरु ठाकुर नू अपने मन च रखिया कर। ये शब्द समझाउणा करते ने कि साडे जीवन का लक्ष्य की है। प्राणी तू आया लाहा लैण, लगा किरत खड़े तेरी मुक्ति चली रैण। प्राणी तू आया लाहा लैण, संसार ते लाभ प्राप्त करने लई आया है। लाभ केड़ा लैना है? भई परापत मनुख दे हुरिया, गोबिंद मिलन की ए तेरी बरिया। परमात्मा की प्राप्ति का लाभ लेना है, इस वास्ते ये पंज भौतिक शरीर मिलिया है। कोई कहे मैं दुनिया के काम कार बहुत कीते ने, मैं बहुत कमाई करके उता गया हाँ, मैं अपनी बड़ी शानो शौकत ओ कीता है, तो महाराज कहते ने अवर काज तेरे किते ना काम। महाराज कहते किसे लेखे नहीं आने तेरिया ओ गल्लां, निकम्मे ने सारे काम। जिन्ना चिर परमात्मा नू तू याद ना कीता, वो काम भी सेवा बन जाया करता है, जिस काम विच प्रभु परमात्मा की याद बनी रहिंदी है। वो खेती, वो दुकान, वो ड्यूटी भी सेवा बन जाती है, जिथे परमात्मा याद रहिंदा है। इसलिए अपनी जिंदगी नू बनाना ही ऐसा है। कोई ज़्यादा समा किसी कोल नहीं है। 10,000 11,000 1,000 बरस, और अज दे कलयुग की 100 बरस दसी गई है, और अज दे समय च औसत 70 बरस की रह गई है। और 70 बरस चों भी तुसी हिसाब लाओ, 35 साल तो असी सौ के गुजार देने हाँ। देखो 70 सालां विच रातां भी आणगियां, दिन भी आणगे। 35 साल तो सौ के गुजार दिते, रह गए 35 साल। और 35 साल चों भी बाल जवानी और बिरद फुन 3 अवस्था जान, 3 अवस्था शरीर दियां। बचपन किन्ने साल खा गया, और बुढ़ापे विच तां ये शरीर साथ नहीं रहिंदा, परमात्मा कित्थों चेते आवेगा। जन्म जन्म मुनि जतन कराही, अंत राम कह आवत नाही। बाबा तुलसीदास जी कहते ने पहली उम्र च किसी ने जे भजन सिमरन ना किया होवे, और उस जे 70 साल की उम्र हो गई है, और फिर कोशिश करी जाए कि नर्सरी क्लास तो लैके मैं आपदा भजन सिमरन अंत वेले तक कर लवां, तो बड़ा मुश्किल है। कोई पिछले जन्मां दा प्रारब्ध होवे, किसी ऋषि महापुरुष की कोई अपार कृपा हो जावे, तो 60-70 तो बाद परमात्मा च मन लगता है, नहीं तो बहुत मुश्किल है। अंत राम कह आवत नाही, बड़ा मुश्किल हो जाता है। इसलिए रह केड़े गए, बचपन भी गया, बुढ़ापा भी गया। 35 साल चों वो गए, रह गए विच दे 15-20 साल, और उनदे विच भी जवानी च दुनियावी कार विहार। कोई कहे भी मैं समा कढ़ांगा सिमरन करन लई, वो समा कदे नहीं आएगा। समय दे विचों ही समा लेना पैना है। जिवें तुसी दुनिया के काम कार करते हो, 10 नूहां दी किरत करते हो, रिश्तेदारी दुख सुख आंदे जांदे हो, सोंदे बहंदे खांदे पींदे हो, जिवें उन्हां चीज़ां वास्ते दुख सुख दुनिया दे वास्ते टाइम निकलदा है, शौक नूं पूरा करने लई टाइम निकलदा है, उस तरह भजन सिमरन दा भी विचों ही टाइम निकालना पैना है। और जे गुरु घर बाणी सुनी जाती है, कथा सुनी जाती है, कीर्तन सुनिया जाता है, सत्संग सुनिया जाता है, ये क्यों सुनिया जाता है? कि सानू प्रयास ज़्यादा ना करना पवे।
ਜਦੋਂ ਕਿਸੇ ਪਿਆਰੇ ਦਾ ਗੁਣ ਅਨੁਵਾਦ ਸੁਣਦੇ ਰਹੋ ਕਿ ਸਤਿਗੁਰੂ ਮੇਰਾ ਨੀਤ ਨਵਾਂ, ਉਹ ਸਦਾ ਹੀ ਨਵਾਂ ਹੈ, ਉਹ ਸਦਾ ਹੀ ਸੁਖ ਦਾ ਰੂਪ ਹੈ, ਇੱਛਾ ਪੂਰਕ ਸਰਬ ਸੁਖ ਦਾਤਾ। ਉਹ ਸਾਰਿਆਂ ਨੂੰ ਸੁਖ ਦੇਣ ਵਾਲਾ ਦਾਤਾ ਹੈ। ਇਸ ਦੇ ਨਾਲ ਉਹ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਉਹ ਸਾਰਿਆਂ ਨੂੰ ਪਾਲਣ ਵਾਲਾ ਹੈ, ਉਹ ਅੰਤ ਵੇਲੇ ਸੰਭਾਲਣ ਵਾਲਾ ਹੈ। ਉਹ ਸਭ ਦਾ ਮਾਈ ਬਾਪ ਹੈ, ਮਿੱਤਰ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਣੀ ਥਾਈ। ਉਸ ਤੋਂ ਵੱਡਾ ਤਾਂ ਕੋਈ ਰਿਸ਼ਤੇਦਾਰ ਨਹੀਂ ਹੈ। ਜਦੋਂ ਬਾਣੀ ਦੱਸਦੀ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸੋ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਹੀ ਸੁਖ ਸਿਓ ਸਭ ਲਾਗੇ, ਕੋ ਕਾਹੂ ਕੋ ਨਾਹੀ। ਇਹ ਚੇਤਾਵਨੀ ਦੇ ਸ਼ਬਦ ਦੱਸਦੇ ਨੇ ਕਿ ਦੁਨੀਆ ਵਿੱਚ ਤਾਂ ਆਹ ਹਾਲ ਹੈ, ਹਰ ਕੋਈ ਆਪਦੇ ਸੁੱਖ 'ਚ ਲੱਗਿਆ ਹੈ। ਔਰ ਜਿਹੜਾ ਤੇਰਾ ਪਰਮਾਤਮਾ ਪਰਮੇਸ਼ਵਰ ਜਿਹਨੇ ਤੈਨੂੰ ਪੈਦਾ ਕੀਤਾ, ਪਾਲਣਾ ਕਰਨੀ, ਅੰਤ ਵੇਲੇ ਸੰਭਾਲਣਾ ਹੈ, ਤੂੰ ਉਹਨੂੰ ਨਾ ਵਿਸਾਰ। ਕਿਉਂ? ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਸਾਰਿਆਂ ਦਾ ਦਾਤਾ ਹੈ। ਏਕ ਪਿਤਾ ਏਕਸ ਕੇ ਹਮ ਬਾਰਕ, ਸਾਡਾ ਸਭ ਦਾ ਪਿਓ ਹੈ। ਆਪਦੇ ਪਿਓ ਨੂੰ ਕਿਵੇਂ ਕੋਈ ਭੁੱਲ ਸਕਦਾ ਹੈ? ਇੱਕ ਮਕਾਨ ਆਪਣੀ ਨੀਂਵ ਨੂੰ ਕਿਵੇਂ ਭੁੱਲ ਸਕਦਾ ਹੈ? ਜੇ ਨੀਂਹ ਨਾ ਹੋਵੇ ਤਾਂ ਮਕਾਨ ਖੜ ਨਹੀਂ ਸਕਦਾ। ਇੱਕ ਰੁੱਖ ਆਪਣੀ ਜੜ ਨੂੰ ਕਿਵੇਂ ਭੁੱਲ ਸਕਦਾ ਹੈ? ਜੜ ਤੋਂ ਬਿਨਾਂ ਉਹ ਰੁੱਖ ਖੜ ਵੀ ਨਹੀਂ ਸਕਦਾ, ਔਰ ਜੜ ਤੋਂ ਹੀ ਉਹਨੂੰ ਖੁਰਾਕ ਮਿਲਦੀ ਹੈ। ਤਾਂ ਪਰਮਾਤਮਾ ਸਾਡੀ ਜੜ ਹੈ, ਮੂਲ ਹੈ। ਮਹਾਰਾਜ ਕਹਿੰਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੂੰ ਪਰਮਾਤਮਾ ਦਾ ਅੰਸ਼ ਹੈ ਔਰ ਆਪਦੇ ਆਪ ਨੂੰ ਪਛਾਣ। ਈਸ਼ਵਰ ਅੰਸ਼ ਜੀਵ ਅਵਿਨਾਸ਼ੀ। ਈਸ਼ਵਰ ਦਾ ਅੰਸ਼ ਹੈ ਇਹ ਜੀਵ, ਔਰ ਇਹ ਅਵਿਨਾਸ਼ੀ ਹੈ। ਜੋ ਪਰਮਾਤਮਾ ਔਰ ਇਹ ਆਤਮਾ, ਜੀਵਾਤਮਾ ਤੇ ਪਰਮਾਤਮਾ ਉਸ ਦਾ ਰੂਪ ਹੈ, ਪਰ ਆਪਣੇ ਪ੍ਰਾਰਬਧ ਕਰਮਾਂ ਦੇ ਅਨੁਸਾਰ ਇਹ ਸੰਸਾਰ ਵਿੱਚ ਭਟਕ ਰਿਹਾ ਹੈ। ਉਸ ਪਰਮਾਤਮਾ ਨੇ ਦਇਆ ਕੀਤੀ, ਇਹਨੂੰ ਮਨੁੱਖਾ ਜਨਮ ਦਿੱਤਾ ਕਿ ਇਹ ਜਾਵੇ ਔਰ ਆਪਣਾ ਜਨਮ ਸੰਭਾਲੇ ਔਰ ਗੋਬਿੰਦ ਪਰਮਾਤਮਾ ਦੀ ਪ੍ਰਾਪਤੀ ਕਰੇ। ਤੀਜੇ ਮਹਾਰਾਜ ਜੀ ਦਾ ਸ਼ਬਦ ਹੈ, ਹਰ ਜੀਓ ਕਿਰਪਾ ਕਰੀ, हर जियो दया करी, तांतु जग में आया, इस जग में आए के शरीरा मेरेया, क्या तुद कर्म कमाया, क्या कर्म कमाया शरीरा मेरेया, जां तू जग में आया। महाराज सवाल करते ने बाणी विच कि तेनू भेजिया किस वास्ते सी और तू कर की रहा है। इस करके सत्संग विच आना जरूरी है, इस करके गुरु घर आना जरूरी है कि पैर पैर ते गुरु मार्ग दर्शन करता है। तुहाडा जिहड़ा जिंदगी दा लाइफ दा कंपलसरी सबजैक्ट है परमात्मा दी प्राप्ति, उस दे बारे चेते कराउंदी है बाणी, उस दे बारे सत्संग कथा कीर्तन याद करवांदा है। प्राणी तू लाहा लैण आया है और अपने उस समय नू संभाल। बार बार सत्संग इस करके सुनिया जाता है कि कोई अपने आप नू संभाले। और इत्थे आके शिक्षा मिलती है कि सेवा करत होए निहकामी, तिसको होत परापत स्वामी। सेवा करे, प्रभु दा सिमरन करे और मन विच कामनावां बासनावां दा त्याग करे। जिहड़ा कर्मां विच ओह मिल ही जाएगा। परमात्मा नू प्राप्त करन आया है तां ओनू ही मंग। और सिमरत वेद पुराण पुकारन पोथियां, इथों ये भी शिक्षा मिलती है। सिमरत वेद पुराण पुकारन पोथियां, नाम बिना सब कूड़ गाली होछियां। महाराज कहते भजन सिमरन तो बिना तेरा छुटकारा नहीं है। कहो नानके तत विचारा, बिन हर भजन नहीं छुटकारा। तेरा छुटकारा नहीं होना है। सेवा ते सिमरन दी सेंध साडे सब दे पूजनीक, साडे सब दे गुरु महाराज पूजे बाबा जी, बाबा सेवादास जी, जिन्हां दे करके असी आप दे दर्शन कर रहे हाँ। महाराज जी
ਜਦੋਂ ਵੀ ਜੈਸਾ ਗੁਰੂ ਮਹਾਰਾਜ ਬਾਬਾ ਰਾਮਦਾਸ ਜੀ ਨੇ ਉਹਨਾਂ ਦਾ ਨਾਮ ਰੱਖਿਆ, ਬਾਬਾ ਸੇਵਾਦਾਸ ਜੀ, ਉਹਨਾਂ ਨੇ ਆਪਣੇ ਨਾਮ ਨੂੰ ਬੜਾ ਚਰਿਤਾਰਥ ਕੀਤਾ। ਆਪ ਜਪੇ ਅਵਰਾ ਨਾਮ ਜਪਾਵੇ, ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੇ। ਆਪ ਸੇਵਾ ਕੀਤੀ ਔਰ ਆਪ ਸੰਗਤਾਂ ਤੋਂ ਕਰਵਾਈ। ਜਦੋਂ ਮਹਾਰਾਜ ਜੀ ਪ੍ਰਵਚਨ ਕਰਦੇ ਸਨ ਤਾਂ ਮਹਾਰਾਜ ਜੀ ਮੁੱਖ ਰੂਪ ਵਿੱਚ ਇਹੀ ਧਾਰਨਾ ਪੜ੍ਹਦੇ ਸਨ, ਜੋ ਕਿ ਆਓ ਮਿਲ ਕੇ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ। ਮਹਾਰਾਜ ਕਹਿੰਦੇ ਸੀ ਵੀ ਇਹਦੇ ਵਿੱਚ ਹੀ ਸਾਰਾ ਕੁਝ ਆ ਗਿਆ। ਆਓ ਮਿਲ ਕੇ ਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਸ਼ਰਧਾ ਦੇ ਫੁੱਲ, ਉਹਨਾਂ ਦਾ ਆਸ਼ੀਰਵਾਦ। ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ, ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ, ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ, ਸੇਵਾ ਤੇ ਸਿਮਰਨ ਮੈਨੂੰ, ਸੇਵਾ ਤੇ ਸਿਮਰਨ ਮੈਨੂੰ, ਸੇਵਾ ਤੇ ਸਿਮਰਨ ਮੈਨੂੰ, ਸੇਵਾ ਤੇ ਸਿਮਰਨ ਮੈਨੂੰ, ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ, ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ, ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ, ਸੇਵਾ ਤੇ ਸਿਮਰਨ ਮੈਨੂੰ। ਇਹ ਹੁੰਦੇ ਹਨ ਮਹਾਂਪੁਰਸ਼ਾਂ ਦੇ ਪੂਰਨੇ ਪਾਏ ਹੋਏ, ਕਿ ਜਦੋਂ ਵੀ ਮੰਗੋ ਮਹਾਰਾਜ ਜੀ ਤੋਂ ਇਹੀ ਮੰਗੋ ਕਿ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ। ਹੇ ਮਹਾਰਾਜ ਮੈਨੂੰ ਸੇਵਾ ਬਖਸ਼ੀ। ਸੇਵਾ ਨਾਲ ਕੀ ਹੋਏਗਾ? ਅੰਤःਕਰਨ ਸ਼ੁੱਧ ਹੋਵੇਗਾ। ਜਿੱਥੇ ਬਾਣੀ ਨੇ ਟਿਕਣਾ ਹੈ, ਜਿੱਥੇ ਗੁਰਮੰਤਰ ਨੇ ਟਿਕਣਾ ਹੈ, ਜਿੱਥੇ ਸ਼ਬਦ ਨੇ ਬੈਠਣਾ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਜਿੱਥੇ ਸ਼ਬਦ ਨੇ ਬੈਠਣਾ ਹੈ, ਸੇਵਾ ਦੇ ਨਾਲ ਉਹ ਮੈਲ ਉਤਰਨੀ ਹੈ। क्योंकि जन्म जन्म की इस मन को मल लागी, काला हुआ स्याहो। जन्मा जन्मा दी मैल है, इनदे वास्ते सेवा करके उतरदी है और शब्द टिकदा है। और जिंदे अंदर शब्द टिकदा है, किनका एक जिस जी बसावै, ताकि महिमा गणी न आवे। सो साडी जिंदगी च सानू यही सेवा सिमरन सत्संग पावन बाणी दे पाठ हमेशा करते रहना चाहिए है, सुनते रहना चाहिए है। जिस गुरु महाराज जी का यह दरबार है, गुरु महाराज बाबा भूमन शाह जी, तिन्हां दा जीवन बड़ा उत्तम जीवन है, बड़ा सरल जीवन है। देखो अवतारी महापुरुषां दा, संतां दा जिहड़ा जीवन है वो समाज दे लई हुंदा है। संत जन परोपकारी आए, ਉਹਨਾਂ ਦਾ ਲਕਸ਼ ਹੀ ਸੰਸਾਰ ਜੀਵਾਂ ਦਾ ਪਰਉਪਕਾਰ ਕਰਨਾ ਹੈ, ਕੁਰਾਇਆਂ ਨੂੰ ਰਾਹੇ ਪਾਣਾ ਹੈ। ਬਾਬਾ ਭੂਮਨ ਸ਼ਾਹ ਮਹਾਰਾਜ ਜੀ ਦੇ ਜਨਮ ਸਾਖੀ ਵਿੱਚੋਂ ਬੇਅੰਤ ਐਸੇ ਸੰਸਮਰਨ ਨੇ, ਸਾਖੀਆਂ ਨੇ, ਜੋ ਪੈਰ ਪੈਰ ਤੇ ਸਾਧਕ ਦਾ ਸਰਲਤਾ ਨਾਲ ਮਾਰਗਦਰਸ਼ਨ ਕਰਦੀਆਂ ਨੇ। ਇੱਕ ਵਾਰ ਬਾਬਾ ਭੂਮਨ ਸ਼ਾਹ ਜੀ ਇੱਕ ਨਗਰ ਵਿੱਚ ਪਹੁੰਚੇ। ਉਸ ਨਗਰ ਦਾ ਜਿਹੜਾ ਮੁਖੀ, ਜਿਸ ਦਾ ਨਾਮ ਬੰਸੀ ਲਾਲ ਹੈ, ਉਹ ਬੰਸੀ ਲਾਲ ਨੂੰ ਕੋੜ ਹੋ ਗਿਆ। ਜ਼ਿਆਦਾ ਕੋੜ ਹੋਇਆ ਤਾਂ ਉਹਨਾਂ ਦਾ ਪਰਿਵਾਰ ਉਹਨੂੰ ਖੇਤ ਛੱਡ ਆਇਆ ਕਿ ਪਿੰਡ ਵਿੱਚ ਰਹੇ ਤਾਂ ਵੈਦ ਨੇ ਕਿਹਾ ਹੈ ਦੂਜੇ ਵੀ ਰੋਗੀ, ਪਰਿਵਾਰ ਵੀ ਰੋਗੀ ਹੋ ਜਾਏਗਾ। ਤਾਂ ਉਹ ਤਰਲੇ ਕਰਦਾ ਹੈ, ਅਰਦਾਸਾਂ ਕਰਦਾ ਹੈ ਬਾਬਾ ਭੂਮਨ ਸ਼ਾਹ ਜੀ, ਸੰਤਾਂ ਮਹਾਂਪੁਰਸ਼ਾਂ ਨੂੰ, ਕਿ ਮੈਂ ਨਹੀਂ ਚੱਲ ਕੇ ਬਾਬਾ ਜੀ ਦੇ ਕੋਲ ਜਾ ਸਕਦਾ, ਪਰ ਬਾਬਾ ਜੀ ਜਾਣੀ ਜਾਣ ਨੇ, ਉਹ ਆਪ ਕਿਰਪਾ ਕਰਨ, ਮੇਰੇ ਤੇ ਮਿਹਰ ਭਰਿਆ ਹੱਥ ਰੱਖਣ। ਤਾਂ ਉਸ ਸਮੇਂ ਬਾਬਾ ਭੂਮਨ ਸ਼ਾਹ ਜੀ ਦੀ ਪ੍ਰੇਰਣਾ ਹੋਈ। ਸਾਰਾ ਪਰਿਵਾਰ ਉਹਦਾ ਮੰਜਾ ਬਾਬਾ ਭੂਮਨ ਸ਼ਾਹ ਜੀ ਦੇ ਧੂਣੇ ਪਰ ਲੈ ਗਿਆ। ਬਾਬਾ ਜੀ ਨੂੰ ਅਰਦਾਸਾਂ ਬੇਨਤੀਆਂ ਕਰਦਾ ਹੈ, ਨਮਸਕਾਰਾਂ ਕਰਦਾ ਹੈ ਉਸ ਦਾ ਪਰਿਵਾਰ।
ਕਿ ਔਗਣਾਂ ਨੂੰ ਬਖਸ਼ੋ, ਮੇਰਾ ਦੀਆਂ ਨਦਰਾਂ ਕਰੋ। ਤਾਂ ਬਾਬਾ ਜੀ ਨੇ ਦਇਆ ਦੇ ਵਿੱਚ ਆ ਕੇ, ਮਿਹਰ ਵਿੱਚ ਆ ਕੇ ਜਲ ਦਿੱਤਾ, ਧੂਣੇ ਦੀ ਵਿਭੂਤੀ ਦਿੱਤੀ, ਜਿਸ ਦਾ ਇਹ ਬੰਸੀ ਲਾਲ ਨੇ 3 ਦਿਨ ਪ੍ਰਯੋਗ ਕੀਤਾ। ਔਰ ਜਿਸ ਸਰੀਰ ਦੇ ਵਿੱਚੋਂ ਪਸ ਨਿਕਲ ਰਹੀ ਸੀ, ਕੋੜ ਦੇ ਕਰਕੇ ਦੁਖੀ ਸੀ, ਵਿਲ ਵਿਲ ਕਰਕੇ ਤੜਫ ਰਿਹਾ ਸੀ, ਬਾਬਾ ਭੂਮਣ ਸ਼ਾਹ ਜੀ ਦੇ ਆਸ਼ੀਰਵਾਦ ਦੇ ਨਾਲ ਇਸ ਦਾ ਸਰੀਰ ਕੰਚਨ ਵਰਗਾ, ਸੋਨੇ ਵਰਗਾ ਹੋ ਗਿਆ। ਇਹ ਤੰਦਰੁਸਤ ਹੋ ਗਿਆ ਔਰ ਸੰਗਤ ਵਿੱਚ ਵੀ ਇਹ ਜਸ ਫੈਲ ਗਿਆ ਕਿ ਕੋਈ ਮਹਾਪੁਰਸ਼ ਉਦਾਸੀਨ ਸੰਤ ਆਏ ਨੇ, ਜਿਨ੍ਹਾਂ ਦੇ ਆਸ਼ੀਰਵਾਦ ਨਾਲ ਰੋਗੀਆਂ ਦੇ ਰੋਗ ਕੱਟੇ ਜਾਂਦੇ ਹਨ, ਭੋਗੀਆਂ ਦੇ ਭੋਗ ਦੂਰ ਹੁੰਦੇ ਹਨ ਔਰ ਪਰਮਾਤਮਾ ਦੇ ਨੇੜੇ ਹੁੰਦੇ ਹਨ, ਦਾਤਾਂ ਤੇ ਝੋਲੀਆਂ ਭਰ ਕੇ ਲਿਜਾ ਰਹੇ ਹਨ। ਐਸੇ ਗੁਰੂ ਮਹਾਰਾਜ ਬਾਬਾ ਭੂਮਣ ਸ਼ਾਹ ਜੀ ਬਾਅਦ ਵਿੱਚ ਇਹ ਬੰਸੀ ਲਾਲ 5 ਪਿੰਡਾਂ ਦਾ ਮਾਲਕ ਇੱਕ ਪਿੰਡ ਸਾਲਮ ਬਾਬਾ ਭੂਮਣ ਸ਼ਾਹ ਜੀ ਦੇ ਨਾਮ ਕਰ ਦਿੰਦਾ ਹੈ। ਉਸ ਪਿੰਡ ਦਾ ਨਾਮ ਹੈ ਕੱਚਾ ਪੱਕਾ। ਉਹ ਪੂਰਾ ਪਿੰਡ ਬਾਬਾ ਭੂਮਣ ਸ਼ਾਹ ਜੀ ਦੇ ਨਾਮ ਕਰਕੇ ਸਾਰੇ ਕਾਗਜ਼ ਬਾਬਾ ਜੀ ਦੇ ਚਰਨਾਂ ਪਰ ਰੱਖ ਕੇ ਕਰਦਾ ਹੈ ਬੇਨਤੀ ਕਿ ਆਪ ਇਹ ਸੰਭਾਲੋ। ਮਹਾਰਾਜ ਕਹਿੰਦੇ ਅਸੀਂ ਜ਼ਮੀਨ ਦਾ ਕੀ ਕਰਨਾ ਹੈ? ਮਹਾਰਾਜ ਜਿਵੇਂ ਤੁਸੀਂ ਕੁਤਬਕੋਟ ਵਿੱਚ ਰੰਗ ਲਾਏ ਨੇ, ਪਿੰਡ ਭੂਮਣ ਸ਼ਾਹ ਵਸਾਇਆ ਹੈ, ਇਸ ਕੱਚੇ ਪੱਕੇ ਨੂੰ ਵੀ ਰੰਗ ਲਾਓ। ਤਾਂ ਬਾਬਾ ਜੀ ਨੂੰ ਦਇਆ ਆਈ ਤਾਂ ਪਿੰਡ ਕੱਚੇ ਪੱਕੇ ਵਿੱਚ ਵੀ ਦਰਬਾਰ ਬਣਾਇਆ, ਲੰਗਰ ਸੇਵਾ, ਗੁਰੂ ਸਾਹਿਬਾਂ ਦੇ ਪ੍ਰਕਾਸ਼ ਔਰ ਨਿਤਨੇਮ ਦੀ ਸੇਵਾ ਸ਼ੁਰੂ ਕੀਤੀ। ਤਾਂ ਐਸੇ ਦਿਆਲੂ ਬਾਬਾ ਭੂਮਣ ਸ਼ਾਹ ਜੀ, ਜਿਹੜੇ ਕਦੇ ਕਿਸੇ ਤਰ੍ਹਾਂ ਦਾ ਕੋਈ ਇੱਥੇ ਭੇਦਭਾਵ ਨਹੀਂ ਹੈ, ਇਹ ਸਭ ਦਾ ਸਾਂਝਾ ਦਰਬਾਰ ਹੈ। ਸਾਰੇ ਵਿਚਾਰਾਂ ਤੋਂ ਉੱਪਰ ਉੱਠ ਕੇ ਜਦੋਂ ਕੋਈ ਗੁਰੂ ਪਿਆਰਾ ਆ ਕਰਕੇ ਨਮਸਕਾਰਾਂ ਕਰਦਾ ਹੈ, ਅਰਦਾਸਾਂ ਕਰਦਾ ਹੈ, ਤਾਂ ਝੋਲੀਆਂ ਭਰ ਕੇ ਲਿਜਾਂਦੇ ਹਨ। ਐਸੇ ਗੁਰੂ ਮਹਾਰਾਜ ਬਾਬਾ ਭੂਮਣ ਸ਼ਾਹ ਜੀ ਹਨ। ਸੋ ਸਾਨੂੰ ਸਭ ਨੂੰ ਚਾਹੀਏ ਕਿ ਅਸੀਂ ਆਪਣੇ ਭਾਵ ਨੂੰ ਹੋਰ ਪੱਕਾ ਕਰਕੇ ਗੁਰੂ ਸਾਹਿਬਾਂ ਦੇ ਚਰਨਾਂ ਨਾਲ ਆਪ ਵੀ ਜੁੜੀਏ ਔਰ ਦੂਸਰਿਆਂ ਨੂੰ ਵੀ ਜੋੜੀਏ। ਇਹੀ ਸਾਡੇ ਜੀਵਨ ਦਾ ਲਕਸ਼ ਹੁੰਦਾ ਹੈ, ਹੋਣਾ ਚਾਹੀਦਾ ਹੈ। ਕਿਉਂਕਿ ਗੁਰੂ ਦਰਬਾਰ ਵਿੱਚ ਆਏ ਹਾਂ ਤਾਂ ਸਾਡੇ ਵਿੱਚ ਬਦਲਾਵ ਵੀ ਆਉਣਾ ਚਾਹੀਦਾ ਹੈ। ਸੰਕਲਪ ਕਰਨਾ ਹੈ ਕਿ ਅਸੀਂ ਅੱਜ ਦੇ ਦਿਨੇ ਵਿਚਾਰ ਸੰਕਲਪ ਕਰਦੇ ਹਾਂ ਕਿ ਆਪਣੇ ਔਗਣਾਂ ਨੂੰ ਛੱਡਾਂਗੇ, ਆਪਣੇ ਅੰਦਰ ਗੁਣਾਂ ਦਾ ਸੰਚਾਰ ਕਰਾਂਗੇ। ਕਿਉਂਕਿ ਜਦੋਂ ਕੋਈ ਆਪਣੇ ਔਗਣ ਦੇਖਦਾ ਹੈ, ਦੂਸਰਿਆਂ ਦੇ ਗੁਣ ਦੇਖਦਾ ਹੈ, ਧੀਰੇ ਧੀਰੇ ਗੁਰੂ ਕਿਰਪਾ ਨਾਲ ਆਪਣੇ ਔਗਣ ਨਿਕਲਦੇ ਜਾਣਗੇ ਔਰ ਗੁਣਾਂ ਦਾ ਸੰਚਾਰ ਹੁੰਦਾ ਜਾਏਗਾ ਔਰ ਇਹ ਜੀਵ ਪਰਮਾਤਮਾ ਦੇ ਕਾਬਲ ਬਣ ਜਾਏਗਾ। ਇਸ ਵਾਸਤੇ ਹੀ ਸਾਡਾ ਸੰਸਾਰ ਤੇ ਆਣਾ ਹੋਇਆ ਹੈ। ਗੁਰੂ ਮਹਾਰਾਜ ਬਾਬਾ ਭੂਮਣ ਸ਼ਾਹ ਜੀ ਮਿਹਰ ਕਰਨ। ਆਪ ਸਭ ਸੰਗਤਾਂ ਪਿੰਡ ਮੰਗਾਲਾ ਹੀ ਨਹੀਂ, ਦੂਰ ਦੂਰ ਤੋਂ, ਬਹੁਤ ਦੂਰ ਤੋਂ ਵੀ ਸੰਗਤਾਂ, ਨੇੜੇ ਤੋਂ ਵੀ ਸੰਗਤਾਂ ਕਈ ਦਿਨਾਂ ਤੋਂ ਆ ਕੇ ਸੇਵਾ ਕਰ ਰਹੀਆਂ ਹਨ, ਦਰਸ਼ਨ ਕਰ ਰਹੀਆਂ ਹਨ ਔਰ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਵੀ ਦਰਸ਼ਨ ਕਰ ਰਹੀਆਂ ਹਨ। ਤਾਂ ਇਹ ਬੜਾ ਬਾਬਾ ਜੀ ਦੇ ਪ੍ਰਤੀ ਸਮਰਪਣ ਭਾਵ ਹੈ। ਦੁਬਾਰਾ ਫਿਰ ਦੁਹਰਾਵਾਂ, ਬਹੁਤ ਖੁਸ਼ੀ ਹੁੰਦੀ ਹੈ। ਔਰ ਖਾਸ ਕਰਕੇ ਜਿੱਥੇ ਨੌਜਵਾਨ ਯੁਵਾ ਬਜ਼ੁਰਗਾਂ ਦਾ ਮਾਰਗਦਰਸ਼ਨ ਲੈ ਕੇ, ਬਜ਼ੁਰਗਾਂ ਨੂੰ ਤੋਂ ਪੁੱਛ ਕੇ ਔਰ ਜਿਹੜੇ ਪ੍ਰੌੜ ਉਮਰ ਦੇ ਨੇ ਉਹਨਾਂ ਨੂੰ ਨਾਲ ਲੈ ਕੇ, ਸਭ ਜਦੋਂ ਸੰਗਤਾਂ ਰਲ ਮਿਲ ਕੇ ਗੁਰੂ ਘਰ ਹੀ ਕੀ ਸਮਾਜ ਦਾ ਵੀ ਕੋਈ ਬੀੜਾ ਉਠਾ ਲੈਣ ਤਾਂ ਉਹ ਫਤਿਹ ਹੁੰਦੀ ਹੈ। ਤਾਂ ਆਪ ਕਿੰਨੀ ਸ਼ਰਧਾ ਦੇ ਨਾਲ ਇਹ ਸੇਵਾ ਕਰ ਰਹੇ ਹੋ। ਚਾਹੇ ਖੇਡਾਂ ਦਾ ਆਯੋਜਨ ਹੈ, ਖੂਨਦਾਨ ਕੈਂਪ ਹੈ, ਡਿਸਪੈਂਸਰੀ ਹੈ, ਹੋਰ ਕਈ ਸੇਵਾਵਾਂ ਨੇ, ਹੋਰ ਜੋ ਆਉਣ ਵਾਲੇ ਦਿਨਾਂ ਵਿੱਚ ਵੀ ਹੋਣੀਆਂ ਨੇ। ਤਾਂ ਇਹੀ ਗੁਰੂ ਸਾਹਿਬਾਂ ਦੇ ਗੁਰੂ ਘਰਾਂ ਦਾ ਆਨੰਦ ਹੈ ਜੋ ਆ ਕੇ ਸੰਗਤਾਂ ਇਸ ਦਾ ਲਾਭ ਪ੍ਰਾਪਤ ਕਰਦੀਆਂ ਨੇ। ਆਪ ਸਾਰੀਆਂ ਸੰਗਤਾਂ ਨੂੰ ਬਾਬਾ ਭੂਮਣ ਸ਼ਾਹ ਜੀ ਦੇ ਇਸ ਪਾਵਨ ਮਾਘੀ ਮੇਲੇ ਦੀਆਂ, ਅੱਜ ਦੇ ਸ਼ੁਭ ਦਿਹਾੜੇ ਦੀਆਂ ਬਾਰ-ਬਾਰ ਲੱਖ ਲੱਖ ਵਧਾਈਆਂ ਦਿੰਦੇ ਹਾਂ ਔਰ ਬਾਬਾ ਭੂਮਣ ਸ਼ਾਹ ਜੀ ਦੇ ਚਰਨਾਂ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਆਪ ਸਾਰਿਆਂ ਨੂੰ ਇਸੇ ਤਰ੍ਹਾਂ ਸ਼ਰਧਾ ਭਾਵ ਦੇ ਨਾਲ ਸੇਵਾ ਕਰਨ ਦਾ ਬਲ ਬਖਸ਼ਣ, ਸੇਵਾ ਸਿਮਰਨ ਆਪ ਨੂੰ ਬਖਸ਼ਣ। ਦੁਨੀਆ ਦੇ ਵਿਵਹਾਰਾਂ ਵਿੱਚ ਵੀ ਆਪ ਤਰੱਕੀਆਂ ਕਰੋ, ਉੱਪਰ ਉਠੋ ਔਰ
ਆਪਸ ਵਿੱਚ ਰਲ ਮਿਲ ਕੇ ਗੁਰੂ ਮਹਾਰਾਜ ਜੀ ਦਾ ਜਸ ਗਾਨ ਸੇਵਾ ਇਵੇਂ ਹੀ ਕਰਦੇ ਰਹੋ। ਸਾਰੀ ਸੰਗਤ ਨੇ ਬੜੀ ਸ਼ਰਧਾ ਭਾਵ ਨਾਲ ਸਤਸੰਗ ਸੁਣ ਰਹੇ ਹੋ, ਸੇਵਾ ਕਰ ਰਹੇ ਹੋ। ਆਪ ਸਾਰਿਆਂ ਨੂੰ ਵੀ ਗੁਰੂ ਮਹਾਰਾਜ ਜੀ ਦਾ ਮਿਹਰ ਭਰਿਆ ਹੱਥ ਰਹੇ। ਸੋ ਬਾਰ-ਬਾਰ ਇਸ ਪਾਵਨ ਮੇਲੇ ਦੀਆਂ ਮੁਬਾਰਕਾਂ, ਬਾਬਾ ਜੀ ਦੀ ਕਿਰਪਾ ਸਦਾ ਹੀ ਬਣੀ ਰਵੇ। ਇੱਕ ਛੋਟੀ ਧਾਰਨਾ ਦੀ ਹਾਜ਼ਰੀ, ਉਸ ਤੋਂ ਬਾਅਦ ਬਾਣੀ ਨੂੰ ਵਿਰਾਮ। ਅੱਖਾਂ ਖੋਲਾਂ ਤੇ ਦਿਸੇ ਸੰਸਾਰ ਮਾਲਕਾ, ਬੰਦ ਕਰਾਂ ਤੇ ਤੂੰ ਮੇਰੇ ਨਾਲ ਮਾਲਕਾ। ਆਓ ਗੁਰੂਆਂ ਤੋਂ ਇਹੀ ਅਰਦਾਸ, ਖੁੱਲੀਆਂ ਅੱਖਾਂ ਵਿੱਚ ਤੇਰੀ ਸੰਗਤ ਵਿੱਚ ਤੇਰੇ ਦਰਸ਼ਨ, ਔਰ ਬੰਦ ਅੱਖਾਂ ਵਿੱਚ ਤੇਰੇ ਦਰਬਾਰ ਦੇ ਜੋ ਦਰਸ਼ਨ ਕੀਤੇ ਅੰਦਰੋਂ ਦਰਸ਼ਨ ਹੋਵਣ। ਕਿਉਂਕਿ ਉਹ ਅੰਦਰ ਵੀ ਬੈਠਾ ਹੈ। ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਔਰ ਬਾਹਰ ਜਿੱਧਰ ਨਜ਼ਰ ਮਾਰਾਂ ਤੂੰ ਦਿਸੇ, ਆਪੇ ਸਾਰੇ ਬ੍ਰਹਿਮੰਡ ਨੂੰ ਰਚਾਉਣ ਵਾਲਾ, ਜੀਵ ਜੰਤ ਫੁੱਲ ਪੱਤੇ ਵਿੱਚ ਮਹਿਕਦਾ ਏ, ਆਪੇ ਕਾਰੀਗਰ ਬਣਾਉਣ ਤੇ ਢਾਉਣ ਵਾਲਾ। ਐਸਾ ਪਰਮਾਤਮਾ, ਐਸਾ ਗੁਰੂ ਮਹਾਰਾਜ ਨਿਰਗੁਣ ਆਪ, ਸਰਗੁਣ ਵੀ ਉਹੀ, ਜਿਹੜਾ ਜਰੇ ਜਰੇ ਕਣ ਕਣ ਦੇ ਵਿੱਚ ਹੈ, ਜਿੰਦਾ ਕੋਈ ਰੂਪ ਨਹੀਂ ਹੈ, ਰੰਗ ਨਹੀਂ ਹੈ, ਉਹ ਵੀ ਪਰਮਾਤਮਾ ਨਿਰਗੁਣ ਰੂਪ ਹੈ। ਔਰ ਜੋ ਦੇਖਣ ਵਿੱਚ ਅਵਤਾਰਾਂ ਮਹਾਂਪੁਰਸ਼ਾਂ ਸੰਤਾਂ ਦੇ ਰੂਪ ਵਿੱਚ ਆ ਰਿਹਾ ਹੈ, ਉਹੀ ਪਰਮਾਤਮਾ ਦਾ ਰੂਪ ਹੈ, ਜਿਸ ਨੂੰ 10ਵੇਂ ਮਹਾਰਾਜ ਜੀ ਨੇ ਕਿਹਾ ਹੈ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾਧਾਰ ਜਿਨ ਸਗਲੀ ਮੋਹੀ। ਐਸਾ ਪਰਮਾਤਮਾ ਜੋ ਸਭ ਵਿੱਚ ਹੈ, ਉਹਦੀ ਯਾਦ ਸਦਾ ਬਣੀ ਰਹੇ। ਆਓ ਮਿਲ ਕੇ ਅੰਤਮ ਹਾਜ਼ਰੀ ਬਾਬਾ ਜੀ ਦੇ ਚਰਨਾਂ। ਅੱਖਾਂ ਖੋਲਾਂ ਤੇ ਦਿਸੇ ਸੰਸਾਰ ਮਾਲਕਾ, ਅੱਖਾਂ ਖੋਲਾਂ ਤੇ ਦਿਸੇ ਸੰਸਾਰ ਮਾਲਕਾ। ਅੱਖਾਂ ਖੋਲਾਂ ਤਾਂ ਦਿਸੇ ਸੰਸਾਰ ਮਾਲਕਾ, ਅੱਖਾਂ ਖੋਲਾਂ ਤਾਂ ਦਿਸੇ ਸੰਸਾਰ ਮਾਲਕਾ। ਬੰਦ ਕਰਾਂ ਤੇ ਤੂੰ ਮੇਰੇ ਨਾਲ ਮਾਲਕਾ, ਬੰਦ ਕਰਾਂ ਤੇ ਤੂੰ ਮੇਰੇ ਨਾਲ ਮਾਲਕਾ, ਬੰਦ ਕਰਾਂ ਤੇ ਤੂੰ ਮੇਰੇ ਨਾਲ ਮਾਲਕਾ। ਲੋਕੀ ਕਹਿੰਦੇ ਲੋਕੀ ਕਹਿੰਦੇ ਨੇ ਦੁੱਖ ਤੈਨੂੰ ਭੁੱਲ ਜਾਣਗੇ, ਜਦੋਂ ਸਤਿਗੁਰੂ ਪਿਆਰੇ ਤੈਨੂੰ ਮਿਲ ਜਾਣਗੇ, ਜਦੋਂ ਸਤਿਗੁਰੂ ਪਿਆਰੇ ਤੈਨੂੰ ਮਿਲ ਜਾਣਗੇ। ਲੋਕੀ ਕਹਿੰਦੇ ਨੇ ਦੁੱਖ ਤੈਨੂੰ ਭੁੱਲ ਜਾਣਗੇ, ਲੋਕੀ ਕਹਿੰਦੇ ਨੇ ਦੁੱਖ ਤੈਨੂੰ ਭੁੱਲ ਜਾਣਗੇ, ਜਦੋਂ ਸਤਿਗੁਰੂ ਪਿਆਰੇ ਤੈਨੂੰ ਮਿਲ ਜਾਣਗੇ, ਜਦੋਂ ਸਤਿਗੁਰੂ ਪਿਆਰੇ ਤੈਨੂੰ ਮਿਲ ਜਾਣਗੇ। ਦਰਸ ਦਿਖਾ ਦੇ, ਦਰਸ ਦਿਖਾ ਦੇ, ਮੈਂ ਹੋ ਜਾਵਾਂ ਨਿਹਾਲ ਮਾਲਕਾ। ਉਹ ਦਰਸ ਦਿਖਾ ਦੇ, ਮੈਂ ਹੋ ਜਾਵਾਂ ਨਿਹਾਲ ਮਾਲਕਾ। ਅੱਖਾਂ ਖੋਲਾਂ ਤੇ ਦਿਸੇ ਸੰਸਾਰ ਮਾਲਕਾ, ਅੱਖਾਂ ਖੋਲਾਂ ਤੇ ਦਿਸੇ ਸੰਸਾਰ ਮਾਲਕਾ। ਬੰਦ ਕਰਾਂ ਤੇ ਤੂੰ ਮੇਰੇ ਨਾਲ ਮਾਲਕਾ, ਬੰਦ ਕਰਾਂ ਤੇ ਤੂੰ
ਨਮਸਕਾਰ ਕਰਦੇ ਹੋਏ ਸੇਵਾ ਸਿਮਰਨ ਔਰ ਮਹਾਰਾਜ ਜੀ ਦੇ ਹੀ ਰੂਪ ਦਰਸ਼ਨ ਕਰਦੇ ਰਹੀਏ, ਸੰਤਾਂ ਦੇ ਸੰਗਤ ਦੇ ਦਰਸ਼ਨ ਕਰਦੇ ਰਹੀਏ। ਇਹੀ ਅਰਦਾਸਾਂ ਬੇਨਤੀਆਂ ਸਭ ਦੀਆਂ ਹੋਣੀਆਂ ਚਾਹੀਦੀਆਂ ਨੇ। ਆਪ ਸਭ ਨੇ ਬਹੁਤ ਭਾਵ ਨਾਲ ਗੁਰੂ ਚਰਨਾਂ 'ਚ ਨਮਸਕਾਰਾਂ ਕੀਤੀਆਂ। ਬਾਬਾ ਜੀ ਦੀ ਕਿਰਪਾ ਸਦਾ ਹੀ ਬਣੀ ਰਵੇ। ਆਪਣੇ ਸ਼ਬਦਾਂ ਨੂੰ ਬਾਬਾ ਜੀ ਦੇ ਚਰਨਾਂ 'ਚ ਸਮਰਪਿਤ ਕਰਦੇ ਹੋਏ ਇੱਥੇ ਹੀ ਬਾਣੀ ਨੂੰ ਵਿਰਾਮ। ਬੋਲੋ ਬਾਬਾ ਭੂਮਨ ਸ਼ਾਹ ਮਹਾਰਾਜ ਕੀ ਜੈ। ਪੂਜੇ ਸਤਿਗੁਰੂ ਦੇਵ ਮਹਾਰਾਜ ਕੀ ਜੈ। ਸੋ ਇਹ ਸਨ ਗੁਰੂ